ਤਰਸੇਮ ਲਾਲ ਜੀ, ਕਿਸ ਤਰ੍ਹਾਂ ਦੇਖਦੇ ਹੋ ਜੋ ਕੁਝ ਹੁਣ ਸੰਘਰਸ਼ ਚੱਲ ਰਿਹਾ, ਇਹਦੇ ਵਿੱਚ ਆਮ ਲੋਕਾਂ ਦਾ ਕੀ ਰੋਲ ਹੈ? ਆਮ ਲੋਕ ਕਿਸ ਤਰ੍ਹਾਂ ਜਿਹੜਾ ਉਹ ਆਪਣੀ ਆਵਾਜ਼ ਚੁੱਕ ਸਕਦੇ ਨੇ? ਉਹਨਾਂ ਦੇ ਫਰਜ਼ ਕੀ ਕੁਝ ਨੇ? ਆਜ਼ਾਦੀ ਤੋਂ ਬਾਅਦ ਕੁਝ ਸਮੇਂ ਲਈ ਜਿੰਨੇ ਚਿਰ ਕੁਦਰਤੀ ਖੇਤੀ ਹੁੰਦੀ ਰਹੀ ਹੈ, ਉਨੀ ਦੇਰ ਕਿਸਾਨੀ ਦੇ ਵਿੱਚ ਇਸ ਕਿਸਮ ਦਾ ਇੱਕ ਸੀ ਕਿ ਕਿਸਾਨੀ ਮੁਲਾਜ਼ਮਤ ਨਾਲੋਂ ਖੇਤੀ ਕਰਨਾ ਪਸੰਦ ਕਰਦੀ ਸੀ। ਲੋਕ ਕਿਤੇ ਨਾ ਕਿਤੇ ਕਿਸਾਨਾਂ ਦੇ ਉੱਤੇ ਜਿਹੜਾ ਇਲਜ਼ਾਮ ਲਗਾ ਦਿੰਦੇ ਨੇ। ਜੇ ਆਪਾਂ ਆਮ ਲੋਕਾਂ ਨੂੰ ਸਮਝਾਈਏ ਕਿ ਤੁਹਾਨੂੰ ਕਿੱਦਾਂ ਇਹਦਾ ਨੁਕਸਾਨ ਹੋ ਆ, ਸਾਡੇ ਸੰਗਰੂਰ ਜ਼ਿਲ੍ਹੇ 'ਚ ਚੰਨੋ ਕੋਲੇ ਪੈਪਸੀ ਦਾ ਪਲਾਂਟ ਲੱਗਿਆ ਸੀ। ਉਹਨਾਂ ਨੇ ਟਮਾਟਰ ਵਜਵਾਏ ਸੀ, ਆਲੂ ਵਜਵਾਏ ਸੀ। ਉਹ ਟਮਾਟਰ ਤੇ ਆਲੂ ਆ ਜਿਹੜੇ, ਉਹਨਾਂ ਦੀ ਕੀ ਕਿਸਾਨਾਂ ਦੀ ਦੁਰਦਸ਼ਾ ਹੋਈ ਹੈ ਜਿਨ੍ਹਾਂ ਤੋਂ ਉਹ ਆਲੂ ਤੇ ਟਮਾਟਰ ਵਜਵਾਏ ਸੀ। ਲੋਕ ਇਸ ਗੱਲ ਨੂੰ ਸਮਝਦੇ ਕਿਉਂ ਨਹੀਂ? ਜਿਵੇਂ ਤੁਸੀਂ ਕਿਹਾ ਕਿ ਆਲੂਆਂ ਦਾ ਭਾਅ ਨਹੀਂ ਮਿਲਿਆ, ਉਹ ਆਲੂ ਜਿਨ੍ਹਾਂ ਨੂੰ 2-4 ਰੁਪਏ ਕਿਲੋ ਲੈ ਕੇ ਇਹ ਪੈਕਟਾਂ 'ਚ ਬੰਦ ਕਰਕੇ ਉਹਨਾਂ ਦੀ ਕੀਮਤ 10, 20, 50 ਰੁਪਏ ਤੈਅ ਕਰ ਦਿੰਦੇ ਨੇ। ਭਾਵੇਂ ਅੱਜ ਕਿਸਾਨਾਂ ਦੇ ਧਰਨਿਆਂ ਦੇ ਵਿੱਚ ਲੋਕ ਉਸ ਰੂਪ ਦੇ ਵਿੱਚ ਸ਼ਾਮਲ ਘੱਟ ਹੋ ਰਹੇ ਹੈਗੇ, ਪਰ ਲੋਕ ਕਿਸਾਨਾਂ ਨਾਲ ਸੰਬੰਧਿਤ ਖਬਰਾਂ ਅਖਬਾਰਾਂ ਦੇ ਵਿੱਚ ਜ਼ਰੂਰ ਪੜ੍ਹਦੇ ਆ। ਕਿਸਾਨਾਂ ਦਾ ਸੰਘਰਸ਼ ਜਿਸ ਤਰੀਕੇ ਨਾਲ ਚੱਲ ਰਿਹਾ, ਉਹ ਸਹੀ ਦਿਸ਼ਾ ਵੱਲ ਜਾ ਰਿਹਾ? ਚਿੱਠੀਆਂ ਬਾਰ-ਬਾਰ ਪਹਿਲਾਂ ਗੱਲਬਾਤ ਲਈ ਬੁਲਾਇਆ, ਫਿਰ ਦੂਜੀ ਗੱਲਬਾਤ ਲਈ ਬੁਲਾਇਆ। ਉਹਦੇ 'ਚੋਂ ਆਮ ਜਥੇਬੰਦੀਆਂ ਦੇ ਵਿੱਚ ਜਿਹੜੀ ਕੋਆਰਡੀਨੇਸ਼ਨ ਬਣੀ ਹੁੰਦੀ ਹੈ, ਉਹਦੇ ਵਿੱਚ ਕੁਝ ਤਰੇੜਾਂ ਆਉਣ ਦੀਆਂ ਸੰਭਾਵਨਾਵਾਂ ਬਣ ਜਾਂਦੀਆਂ ਹੈਗੀਆਂ। ਲੱਗਦਾ ਨਹੀਂ ਕਿ ਸੰਘਰਸ਼ ਕਿਤੇ ਨਾ ਕਿਤੇ ਕਮਜ਼ੋਰ ਹੁੰਦਾ ਜਦੋਂ ਪਲੇਟਫਾਰਮ ਇੱਕ ਹੋਵੇ ਤੇ ਨਿਸ਼ਾਨਾ ਇੱਕ ਹੋਵੇ ਤੇ ਅਲੱਗ-ਅਲੱਗ ਸਟੇਜਾਂ ਸੱਜ ਜਾਂਦੀਆਂ, ਕੋਈ ਕਿਤੇ ਆਪਣੀ ਸਟੇਜ, ਕੋਈ ਆਪਣੀ ਡਬਲੀ ਕਿਤੇ ਵਜਾ ਰਿਹਾ, ਕੋਈ ਕਿਤੇ ਵਜਾ ਰਿਹਾ। ਇਸ ਧਰਨੇ ਦੀ ਜਿਹੜੀ ਮੂਲ ਸਪਿਰਿਟ ਹੈ, ਉਸ ਨੂੰ ਪਾਸੇ ਧੱਕਣ ਵਾਸਤੇ ਉਹੋ ਜਿਹੀਆਂ ਕੋਸ਼ਿਸ਼ਾਂ ਹੋ ਰਹੀਆਂ ਹੈਗੀਆਂ। ਕੁਝ ਲੋਕ ਜਿਹੜੇ ਨੇ ਇਸ ਕਿਸਾਨੀ ਸੰਘਰਸ਼ ਵਿੱਚੋਂ ਸਿਆਸਤ ਚਮਕਾਉਣ ਦੀ ਕੋਸ਼ਿਸ਼ ਕਰ ਰਹੇ ਨੇ ਜਾਂ ਸਿਆਸਤ ਦੇ ਵਿੱਚ ਕੁੱਦਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਅਸੀਂ ਜਿਹੜਾ ਉਹ ਆਪਣਾ ਇੱਕ ਸਿਆਸੀ ਏਜੰਡਾ ਪੂਰਾ ਕਰੀਏ। ਉਹਨਾਂ ਦੀ ਮਨਸ਼ਾ ਜਿਹੜੀ ਹੈ ਉਹ ਕੁਝ ਹੋਰ ਹੈ। ਦੇਖੋ, ਸਿਆਸਤ ਤਾਂ ਮੈਨੂੰ ਲੱਗਦਾ ਕੋਈ ਮਾੜੀ ਗੱਲ ਨਹੀਂ ਹੈ। ਸਿਆਸਤ ਤਾਂ ਹਰ ਜਿਹੜੀ ਜਥੇਬੰਦੀ ਕੋਈ ਸੰਘਰਸ਼ ਕਰਦੀ ਹੈ, ਉਹਦੀ ਕੋਈ ਨਾ ਕੋਈ ਸਿਆਸਤ ਹੁੰਦੀ ਹੈ। ਕਲਾਕਾਰਾਂ ਦੀ ਜੇ ਗੱਲ ਕਰੀਏ, ਕਈ ਕਲਾਕਾਰ ਇਹੋ ਜਿਹੇ ਨੇ ਜਿਹੜੇ ਜਾ ਕੇ ਸਟੇਜਾਂ, ਆਪਣੀਆਂ ਵੱਖਰੀਆਂ ਸਟੇਜਾਂ ਬਣਾ ਕੇ ਵੱਖਰੀ ਬਿਆਨਬਾਜ਼ੀ ਕਰਦੇ ਨੇ। ਉੱਥੇ ਕਿਤੇ ਨਾ ਕਿਤੇ ਸਵਾਲ ਇਹ ਉੱਠਦਾ ਕਿ ਇਹਨਾਂ ਦਾ ਜਿਹੜਾ ਇੱਕ ਲੀਡਰ ਬਣਨ ਦੀ ਜਿਹੜੀ ਇੱਛਾ ਹੈ ਮਨ ਦੇ ਅੰਦਰ, ਉਹ ਕਿਤੇ ਨਾ ਕਿਤੇ ਨਜ਼ਰ ਆਉਂਦੀ ਹੈ। ਉੱਥੋਂ ਪੰਜਾਬ ਦੇ ਕਲਾਕਾਰ ਨੂੰ ਇਸ ਰੂਪ ਦੇ ਵਿੱਚ ਅਸੀਂ ਉਂਗਲ ਕਰਕੇ ਨਹੀਂ ਕਹਿ ਸਕਦੇ ਕਿ ਉਹ ਲੋਕਾਂ ਦੇ ਪੱਖ ਦੇ ਵਿੱਚ ਜਾਂ ਕਿਸਾਨੀ ਦੇ ਪੱਖ ਦੇ ਵਿੱਚ ਜਾਂ ਲੋਕ ਹਿੱਤਾਂ ਲਈ ਹੀ ਗਾਉਂਦਾ ਰਹੇਗਾ। ਸਤਿ ਸ਼੍ਰੀ ਅਕਾਲ, ਤੁਸੀਂ ਲੋਕਰਨ ਚੈਨਲ ਪੰਜਾਬੀ ਦੇਖ ਰਹੇ ਹੋ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ। ਜਦੋਂ ਵੀ ਕੋਈ ਸੰਘਰਸ਼ ਸ਼ੁਰੂ ਹੁੰਦਾ ਹੈ ਤਾਂ ਉਹਦੇ ਵਿੱਚ ਜਿਹੜੀਆਂ ਜਥੇਬੰਦੀਆਂ ਸੰਘਰਸ਼ ਕਰਦੀਆਂ, ਆਮ ਲੋਕਾਂ ਦਾ ਯੋਗਦਾਨ ਜਿਹੜਾ ਉਹ ਬੜਾ ਮਹੱਤਵਪੂਰਨ ਰਹਿੰਦਾ, ਕਿਉਂਕਿ ਗੱਲ ਹੁੰਦੀ ਹੈ ਕਿ ਜਦੋਂ ਸੰਘਰਸ਼ ਦੇ ਵਿੱਚ ਕੋਈ ਕਾਨੂੰਨ ਥੋਪ ਦਿੱਤਾ ਜਾਂਦਾ ਤਾਂ ਉਹਦੇ ਵਿੱਚ ਆਮ ਲੋਕਾਂ ਦਾ ਕੀ ਰੋਲ ਹੁੰਦਾ, ਆਮ ਲੋਕਾਂ 'ਤੇ ਕਿਸ ਤਰ੍ਹਾਂ ਉਹ ਅਸਰ ਪਾਉਂਦਾ। ਹਰੇਕ ਵਰਗ ਦੀ ਗੱਲ ਹੁੰਦੀ ਹੈ। ਜੇ ਹੁਣ ਕਿਸਾਨ ਯੂਨੀਅਨਾਂ ਲਗਾਤਾਰ ਸੜਕਾਂ ਦੇ ਉੱਤੇ ਨੇ ਤਾਂ ਉੱਥੇ ਕਿਹਾ ਜਾਂਦਾ ਹੈ ਕਿ ਖੇਤੀ ਕਾਨੂੰਨ ਦੇ ਨਾਲ ਆਮ ਲੋਕਾਂ ਨੂੰ ਕੀ ਅਸਰ ਪਏਗਾ, ਲੋਕਾਂ ਦੇ ਘਰ 'ਤੇ ਕਿੱਦਾਂ ਅਸਰ ਪੈਣਾ, ਲੋਕਾਂ ਦੀ ਜੇਬ 'ਤੇ ਕਿੱਦਾਂ ਅਸਰ ਪੈਣਾ। ਹਰ ਬੰਦਾ ਜਿਹੜਾ ਉਸ ਸੰਘਰਸ਼ ਦੇ ਵਿੱਚ ਆਪਣਾ ਸਾਥ ਕਿਸ ਤਰ੍ਹਾਂ ਦੇ ਰਿਹਾ, ਡੈਮੋਕ੍ਰੈਟਿਕ ਰਾਈਟ ਕੀ ਹੈ, ਸਾਡੇ ਅਧਿਕਾਰ ਕੀ ਨੇ, ਸਾਡੇ ਹੱਕ ਕੀ ਨੇ, ਸਾਡੇ ਫਰਜ਼ ਕੀ ਨੇ, ਅਸੀਂ ਕਿਸ ਤਰ੍ਹਾਂ ਉਸ ਸੰਘਰਸ਼ ਨੂੰ ਅੱਗੇ ਲਿਜਾ ਸਕਦੇ ਹਾਂ, ਇਹ ਸਭ ਦਾ ਅਸਰ ਕੀ ਪੈਣਾ। ਕਿਉਂਕਿ ਛੇਤੀ ਤਾਂ ਸੰਘਰਸ਼ ਨਹੀਂ ਮੁੱਕਦੇ, ਬੜੇ ਲੰਮੇ ਚੱਲਦੇ ਹੁੰਦੇ ਨੇ। ਸਰਕਾਰਾਂ ਦੇ ਨਾਲ ਟਕਰਾਅ ਦੀ ਸਥਿਤੀ ਕਿਤੇ ਨਾ ਕਿਤੇ ਪੈਦਾ ਹੁੰਦੀ ਹੈ ਤਾਂ ਉਸ ਸਭ ਦੇ ਵਿਚਾਲੇ ਸਵਾਲ ਇਹੀ ਉੱਠਦਾ ਕਿ ਸਾਡੇ ਫਰਜ਼ ਕੀ ਨੇ, ਅਸੀਂ ਕੀ ਕੁਝ ਕਰ ਸਕਦੇ ਹਾਂ ਇੱਕ ਸੰਘਰਸ਼ ਨੂੰ ਕਾਮਯਾਬ ਬਣਾਉਣ ਦੇ ਲਈ। ਇਸ ਸਭ ਦੇ ਉੱਤੇ ਅਸੀਂ ਗੱਲਬਾਤ ਕਰਾਂਗੇ। ਮੇਰੇ ਨਾਲ ਜਮਹੂਰੀ ਅਧਿਕਾਰ ਸਭਾ ਦੇ ਸੂਬਾਈ ਵਿੱਤ ਸਕੱਤਰ ਤਰਸੇਮ ਲਾਲ ਜੀ ਮੌਜੂਦ ਹਨ। ਤਰਸੇਮ ਲਾਲ ਜੀ, ਤੁਹਾਡਾ ਸਵਾਗਤ ਹੈ ਲੋਕਲ। ਤਰਸੇਮ ਲਾਲ ਜੀ, ਕਿਸ ਤਰ੍ਹਾਂ ਦੇਖਦੇ ਹੋ ਜੋ ਕੁਝ ਹੁਣ ਸੰਘਰਸ਼ ਚੱਲ ਰਿਹਾ, ਇਹਦੇ ਵਿੱਚ ਆਮ ਲੋਕਾਂ ਦਾ ਕੀ ਰੋਲ ਹੈ? ਆਮ ਲੋਕ ਕਿਸ ਤਰ੍ਹਾਂ ਜਿਹੜਾ ਉਹ ਆਪਣੀ ਆਵਾਜ਼ ਚੁੱਕ ਸਕਦੇ ਨੇ? ਉਹਨਾਂ ਦੇ ਫਰਜ਼ ਕੀ ਕੁਝ ਨੇ? ਦੇਖੋ, ਅਸੀਂ ਜਮਹੂਰੀ ਅਧਿਕਾਰ ਸਭਾ ਵੱਲੋਂ ਜਿਹੜਾ ਦੇਖ ਰਹੇ ਹਾਂ, ਅਸਲ 'ਚ ਕਿਸਾਨੀ ਤਾਂ ਲਗਾਤਾਰ ਪਿਛਲੇ 50 ਸਾਲਾਂ ਤੋਂ ਸੰਕਟ 'ਚ ਲੰਘ ਰਹੀ ਹੈਗੀ। ਆਜ਼ਾਦੀ ਤੋਂ ਬਾਅਦ ਕੁਝ ਸਮੇਂ ਲਈ ਜਿੰਨੇ ਚਿਰ ਕੁਦਰਤੀ ਖੇਤੀ ਹੁੰਦੀ ਰਹੀ ਹੈ, ਉਨੀ ਦੇਰ ਕਿਸਾਨੀ ਦੇ ਵਿੱਚ ਇਸ ਕਿਸਮ ਦਾ ਇੱਕ ਸੀ ਕਿ ਕਿਸਾਨੀ ਮੁਲਾਜ਼ਮਤ ਨਾਲੋਂ ਖੇਤੀ ਕਰਨਾ ਪਸੰਦ ਕਰਦੀ ਸੀ। ਹਰੀ ਕ੍ਰਾਂਤੀ ਦੇ ਨਾਲ ਜਦੋਂ ਨਵੇਂ ਬੀਜਾਂ ਦੀਆਂ ਗੱਲਾਂ ਆਈਆਂ ਤਾਂ ਨਵੇਂ ਬੀਜਾਂ ਦੇ ਨਾਲ ਰਸਾਇਣਿਕ ਖਾਦਾਂ, ਕੀੜੇ ਮਾਰ ਦਵਾਈਆਂ ਅਤੇ ਲਾਗਤ ਖਰਚੇ ਇੰਨੇ ਵੱਧ ਗਏ ਕਿ ਖੇਤੀ ਦੇ ਵਿੱਚ ਉਪਜ ਵਧਣ ਦੇ ਬਾਵਜੂਦ ਵੀ ਕਿਸਾਨ ਦੇ ਕੁਛ ਪੱਲੇ ਨਹੀਂ ਪੈ ਰਿਹਾ, ਜਿਸ 'ਚੋਂ ਕਿਸਾਨ ਹੈ ਜਿਹੜਾ ਲਗਾਤਾਰ ਸੰਕਟ ਦੇ ਵਿੱਚ ਡੂੰਘਾ ਦੀ ਡੂੰਘਾ ਧੱਸਦਾ ਜਾ ਰਿਹਾ ਹੈ। ਪੰਜਾਬ ਦੇ ਵਿੱਚ ਹਰ ਰੋਜ਼ ਹੁੰਦੀਆਂ ਖੁਦਕਸ਼ੀਆਂ ਇਸ ਗੱਲ ਦੀ ਉਦਾਹਰਨ ਹੈ, ਜਿਹਨੂੰ ਅਸੀਂ ਜਮਹੂਰੀ ਅਧਿਕਾਰ ਸਭਾ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਨੋਟ ਕਰਦੇ ਆ ਰਹੇ ਹਾਂ। ਕਿਸਾਨੀ ਦੇ ਇਸ ਸੰਕਟ ਨੂੰ ਹੱਲ ਕਰਨ ਦੀ ਥਾਂ 'ਤੇ ਆ ਜਿਹੜੇ ਕੇਂਦਰ ਸਰਕਾਰ ਵੱਲੋਂ ਨਵੇਂ ਕਾਨੂੰਨ
ਲੈ ਕੇ ਆਂਦੇ ਜਾ ਰਹੇ ਹੈਗੇ ਉਹ ਕਿਸਾਨੀ ਨੂੰ ਇੱਕ ਤਰ੍ਹਾਂ ਨਾਲ ਖੇਤੀ ਦੇ ਵਿੱਚ ਕਰਿੰਦੇ ਬਣਾਉਣ ਵਾਲੀ ਗੱਲ ਹੈ ਕਿ ਖੇਤੀ ਕਾਰਪੋਰੇਟ ਕਰੂਗੀ, ਜਿਹੜੇ ਕਿਸਾਨ ਹੈ ਉਹਦੇ ਵਿੱਚ ਕਰਿੰਦੇ ਦੇ ਤੌਰ 'ਤੇ ਕੰਮ ਕਰਨਗੇ। ਇਸ ਤਰ੍ਹਾਂ ਦੀ ਇੱਕ ਸਾਜ਼ਿਸ਼ ਆ ਜਿਹੜੀ ਉਹ ਕੇਂਦਰ ਸਰਕਾਰ ਨੇ ਇਹਨਾਂ ਕਾਨੂੰਨਾਂ ਰਾਹੀਂ ਕਿਸਾਨਾਂ ਨਾਲ ਰਚੀ ਹੈ। ਤਸੀਮ ਲਾਲ ਜੀ, ਇਸ ਕਾਨੂੰਨ ਦੇ ਨਾਲ ਆਮ ਲੋਕਾਂ 'ਤੇ ਕਿਸ ਤਰ੍ਹਾਂ ਦਾ ਇਫੈਕਟ ਪੈ ਰਿਹਾ? ਕਿਉਂਕਿ ਲੋਕਾਂ ਨੂੰ ਬਹੁਤੀ ਇਹ ਜਾਣਕਾਰੀ ਨਹੀਂ। ਜੇ ਆਪਾਂ ਸ਼ਹਿਰੀ ਪੱਧਰ 'ਤੇ ਲਾਈਏ, ਲੋਕ ਕਹਿੰਦੇ ਨੇ ਕਿ ਕਿਸਾਨ ਤਾਂ ਐਵੇਂ ਚੌਥੇ ਦਿਨ ਝੰਡੇ ਚੱਕ ਕੇ ਤੁਰੇ ਫਿਰਦੇ ਨੇ ਕਿਤੇ ਨਾ ਕਿਤੇ ਤੋਂ, ਕਦੇ ਰੇਲ ਪਟੜੀਆਂ ਜਾਮ ਕਰਤੀਆਂ, ਕਦੇ ਆਮ ਲੋਕਾਂ ਨੂੰ ਤੰਗ ਕਰਤਾ। ਲੋਕ ਕਿਤੇ ਨਾ ਕਿਤੇ ਕਿਸਾਨਾਂ ਦੇ ਉੱਤੇ ਜਿਹੜਾ ਇਲਜ਼ਾਮ ਲਗਾ ਦਿੰਦੇ ਨੇ। ਜੇ ਆਪਾਂ ਆਮ ਲੋਕਾਂ ਨੂੰ ਸਮਝਾਈਏ ਕਿ ਤੁਹਾਨੂੰ ਕਿੱਦਾਂ ਇਹਦਾ ਨੁਕਸਾਨ ਹੋ ਰਿਹਾ? ਅਸਲ ਦੇ ਵਿੱਚ ਇਹ ਮੈਨੂੰ ਲੱਗਦਾ ਕਿਸਾਨੀ ਨਾਲੋਂ ਵੱਧ ਆਮ ਲੋਕਾਂ ਦੀ ਸਟਰਗਲ ਹੈ, ਕਿਉਂਕਿ ਹਰ ਜਿਹੜਾ ਇਨਸਾਨ ਹੈ ਉਸ ਨੂੰ ਖਾਣ ਵਾਸਤੇ ਅਨਾਜ ਚਾਹੀਦਾ ਹੈ ਅਤੇ ਅਨਾਜ ਸਾਡੀ ਧਰਤੀ ਦੇ ਵਿੱਚ ਕਿਸਾਨ ਹੀ ਪੈਦਾ ਕਰਦਾ ਹੈਗਾ। ਅਤੇ ਉਹ ਅਨਾਜ ਜੇ ਕਾਰਪੋਰੇਟ ਦੀ ਮਨਸ਼ਾ ਨਾਲ ਪੈਦਾ ਹੋਊਗਾ ਕਿ ਕਾਰਪੋਰੇਟ ਨੇ ਪੈਦਾ ਕੀ ਕਰਨਾ, ਅਤੇ ਕਾਰਪੋਰੇਟ ਨੇ ਮੁਨਾਫੇ ਮੁਤਾਬਕ ਹੀ ਚੀਜ਼ ਪੈਦਾ ਕਰਨੀ ਹੈ। ਅਤੇ ਕਾਰਪੋਰੇਟ ਜਦੋਂ ਉਹ ਮੁਨਾਫੇ ਵਾਸਤੇ ਚੀਜ਼ ਪੈਦਾ ਕਰੂਗੀ ਅਤੇ ਉਹ ਆਪਣੇ ਵੱਡੇ ਵੱਡੇ ਸੀਲੂਆਂ ਦੇ ਵਿੱਚ ਉਹ ਚੀਜ਼ ਜਮ੍ਹਾਂ ਕਰੂਗੀ। ਅਸੀਂ ਪਿਛਲੇ ਸਮੇਂ 'ਚ ਹੀ ਦੇਖਦੇ ਆ ਰਹੇ ਹਾਂ। ਸਾਡੇ ਸੰਗਰੂਰ ਜ਼ਿਲ੍ਹੇ 'ਚ ਚੰਨੋ ਕੋਲੇ ਪੈਪਸੀ ਦਾ ਪਲਾਂਟ ਲੱਗਿਆ ਸੀ। ਉਹਨਾਂ ਨੇ ਟਮਾਟਰ ਵਜਵਾਏ ਸੀ, ਆਲੂ ਵਜਵਾਏ ਸੀ। ਉਹ ਟਮਾਟਰ ਅਤੇ ਆਲੂ ਆ ਜਿਹੜੇ ਉਹਨਾਂ ਦੀ ਕੀ ਕਿਸਾਨਾਂ ਦੀ ਦੁਰਦਸ਼ਾ ਹੋਈ ਹੈ ਜਿਨ੍ਹਾਂ ਤੋਂ ਉਹ ਆਲੂ ਅਤੇ ਟਮਾਟਰ ਵਜਵਾਏ ਸੀ। ਉਹ ਅਸੀਂ ਦੇਖੀ ਹੈ ਕਿ ਅਸਲ 'ਚ ਉਹ ਕਿਸਾਨਾਂ ਦੇ ਪੈਦਾ ਕੀਤੇ ਹੋਏ ਆਲੂ ਸੜਕਾਂ ਦੇ ਉੱਤੇ ਰੁਲਦੇ ਰਹੇ ਹੈ ਅਤੇ ਪੈਪਸੀ ਨੇ ਖਰੀਦੇ ਨਹੀਂ ਹੈ। ਉਹਨਾਂ ਨੂੰ ਕੋਈ ਉਹਨਾਂ ਦਾ ਮੁੱਲ ਵਾਜਬ ਨਹੀਂ ਮਿਲਿਆ ਹੈਗਾ। ਇਸੇ ਤਰ੍ਹਾਂ ਹੀ ਜਿਹੜੀ ਕਾਰਪੋਰੇਟ ਦੇ ਅਧੀਨ ਇਹ ਖੇਤੀ ਕਰਨ ਵਾਲੀ ਗੱਲ ਅਤੇ ਉਹਨਾਂ ਨੂੰ ਮਨਮਰਜ਼ੀ ਦੇ ਨਾਲ ਜਿੰਨਾ ਮਰਜ਼ੀ ਹੈ ਜਮ੍ਹਾਂ ਕਰਨ ਦੀ ਗੱਲ ਹੈ ਜਿਹੜੀ, ਉਹ ਲੋਕਾਂ ਦੇ ਜਿਹੜੇ ਖਾਣ ਪੀਣ ਦੇ ਹੱਕਾਂ 'ਤੇ ਇੱਕ ਸਿੱਧੇ ਤੌਰ 'ਤੇ ਹਮਲਾ ਹੈ। ਅਸੀਂ ਦੇਖ ਰਹੇ ਹਾਂ ਕਿ ਜਦੋਂ ਕਾਰਪੋਰੇਟ ਆਪਣੇ ਗੋਦਾਮਾਂ ਦੇ ਵਿੱਚ ਵੱਡੇ ਪੱਧਰ 'ਤੇ ਉਹ ਚੀਜ਼ਾਂ ਨੂੰ ਜਮ੍ਹਾਂ ਕਰੂਗਾ ਤਾਂ ਜਦੋਂ ਉਹ ਆਮ ਖਪਤਕਾਰ ਨੂੰ ਦੇਊਗਾ, ਉਹ ਖਪਤਕਾਰ ਨੂੰ ਬਹੁਤ ਮਹਿੰਗੇ ਭਾਅ 'ਤੇ ਉਹ ਚੀਜ਼ਾਂ ਜਿਹੜੀਆਂ ਉਹ ਦੇਊਗਾ। ਅਤੇ ਇਸ ਤਰ੍ਹਾਂ ਨਾਲ ਆਮ ਜਿਹੜੀ ਗਰੀਬ ਹੈ ਜਨਤਾ, ਜਿਹੜੀ 50% ਦੇ ਕਰੀਬ ਪਬਲਿਕ ਡਿਸਟਰੀਬਿਊਸ਼ਨ ਸਿਸਟਮ ਜਿਹੜੇ ਰਾਸ਼ਨ ਕਾਰਡਾਂ 'ਤੇ ਜਾਂ ਜਿਹੜੀ ਸਸਤੇ ਭਾਅ 'ਤੇ ਚੀਜ਼ਾਂ ਮਿਲਦੀਆਂ ਉਹਨਾਂ 'ਤੇ ਨਿਰਭਰ ਹੈਗਾ, ਉਹ ਵੀ ਇੱਕ ਤਰ੍ਹਾਂ ਨਾਲ ਬੰਦ ਹੋਊਗਾ। ਅਤੇ ਆਮ ਜਿਹੜਾ ਮੱਧ ਵਰਗ ਹੈ, ਮੱਧ ਵਰਗ ਨੂੰ ਵੀ ਖਾਣ ਵਾਸਤੇ ਬਹੁਤ ਮਹਿੰਗੀਆਂ ਚੀਜ਼ਾਂ ਜਿਹੜੀਆਂ ਉਹ ਖਰੀਦਣੀਆਂ ਪੈਣਗੀਆਂ। ਇਸ ਕਰਕੇ ਇਹ ਲੜਾਈ ਕੇਵਲ ਕਿਸਾਨਾਂ ਦੀ ਨਹੀਂ ਹੈ, ਇਹ ਆਮ ਜਨਤਾ ਦੀ ਲੜਾਈ ਬਣਦੀ ਹੈ ਅਤੇ ਸਾਨੂੰ ਉਸ ਰੂਪ 'ਚ ਹੀ ਇਸ ਲੜਾਈ ਨੂੰ ਦੇਖਣਾ ਚਾਹੀਦਾ ਹੈ। ਕੀ ਮੰਨਦੇ ਹੋ ਕਿ ਲੋਕ ਇਸ ਗੱਲ ਨੂੰ ਸਮਝਦੇ ਕਿਉਂ ਨਹੀਂ? ਜਿਵੇਂ ਤੁਸੀਂ ਕਿਹਾ ਕਿ ਆਲੂਆਂ ਦਾ ਭਾਅ ਨਹੀਂ ਮਿਲਿਆ, ਉਹ ਆਲੂ ਜਿਨ੍ਹਾਂ ਨੂੰ 2-4 ਰੁਪਏ ਕਿਲੋ ਲੈ ਕੇ ਇਹ ਪੈਕਟਾਂ 'ਚ ਬੰਦ ਕਰਕੇ ਉਹਨਾਂ ਦੀ ਕੀਮਤ 10, 20, 50 ਰੁਪਏ ਤੈਅ ਕਰ ਦਿੰਦੇ ਨੇ। ਉਹ ਇੱਕ ਆਲੂ ਤੋਂ ਕਿੰਨੇ ਪੈਸੇ ਵੱਟ ਲੈਂਦੇ ਨੇ। ਇਹ ਚੀਜ਼ਾਂ ਆਮ ਲੋਕਾਂ ਦੀ ਸਮਝ ਵਿੱਚ ਕਿਉਂ ਨਹੀਂ ਆਉਂਦੀਆਂ? ਮੈਨੂੰ ਲੱਗਦਾ ਹੁਣ ਜਿਵੇਂ ਸੰਘਰਸ਼ ਡਿਵੈਲਪ ਹੋ ਰਿਹਾ, ਹੌਲੀ ਹੌਲੀ ਲੋਕਾਂ ਨੂੰ ਸਮਝ ਆ ਰਹੀਆਂ ਹੈਗੀਆਂ। ਭਾਵੇਂ ਅੱਜ ਕਿਸਾਨਾਂ ਦੇ ਧਰਨਿਆਂ ਦੇ ਵਿੱਚ ਲੋਕ ਉਸ ਰੂਪ ਦੇ ਵਿੱਚ ਸ਼ਾਮਲ ਘੱਟ ਹੋ ਰਹੇ ਹੈਗੇ, ਪਰ ਲੋਕ ਕਿਸਾਨਾਂ ਨਾਲ ਸੰਬੰਧਿਤ ਖਬਰਾਂ ਅਖਬਾਰਾਂ ਦੇ ਵਿੱਚ ਜ਼ਰੂਰ ਪੜ੍ਹਦੇ ਹੈ। ਲੋਕਾਂ ਨੂੰ ਇੱਕ TV ਦੇ ਉੱਤੇ ਖਬਰਾਂ ਉਸ ਕਿਸਮ ਦੀਆਂ ਜ਼ਰੂਰ ਦੇਖਦੇ ਆ। ਲੋਕਾਂ ਨੂੰ ਇਸ ਕਿਸਮ ਨਾਲ ਵਾਸਤਾ ਹੈਗਾ ਕਿ ਅਸਲ 'ਚ ਕਿਸਾਨੀ ਦਾ ਸੰਘਰਸ਼ ਹੈ ਜਿਹੜਾ ਉਹ ਕਿੱਧਰ ਨੂੰ ਜਾ ਰਿਹਾ ਹੈ। ਉਹ ਭਾਵੇਂ ਉਹਨਾਂ ਨੂੰ ਇਸ ਕਿਸਮ ਦੀ ਸਮਝ ਅਜੇ ਨਹੀਂ ਵਿਕਸਿਤ ਹੋਈ ਹੈ ਕਿ ਇਹ ਕਿਵੇਂ ਜਦੋਂ ਕਾਰਪੋਰੇਟ ਦੇ ਹਵਾਲੇ ਚਲੀ ਜਾਊਗੀ ਤਾਂ ਸਾਨੂੰ ਖਾਣ ਪੀਣ ਵਾਲੀਆਂ ਚੀਜ਼ਾਂ ਕਿਸ ਹੱਦ ਤੱਕ ਕਿੰਨੀਆਂ ਕੁ ਮਹਿੰਗੀਆਂ ਮਿਲਣਗੀਆਂ, ਉਹ ਇਸ ਗੱਲ ਦਾ ਅੰਦਾਜ਼ਾ ਲਾਉਣ ਲਈ ਅਜੇ ਉਸ ਗੱਲ ਦੇ ਕਾਬਲ ਨਹੀਂ ਹੋਏ ਹੈਗੇ। ਪਰ ਉਂਝ ਉਹ ਕਿਸਾਨੀ ਦੇ ਸੰਘਰਸ਼ ਦੇ ਵਿੱਚ ਰੁਚੀ ਲੈ ਰਹੇ ਹੈ, ਕਿਉਂਕਿ ਜਦੋਂ ਖਬਰਾਂ ਪੜ੍ਹ ਰਹੇ ਹੈ, ਅਖਬਾਰਾਂ 'ਤੇ ਬਿਆਨ ਸੁਣ ਰਹੇ ਹੈ, ਤਾਂ ਮੈਨੂੰ ਲੱਗਦਾ ਕਿ ਅਸਲ 'ਚ ਆਮ ਜਨਤਾ ਦੀ ਵੀ ਉਸ ਕਿਸਾਨੀ ਸੰਘਰਸ਼ ਦੇ ਵਿੱਚ ਰੁਚੀ ਹੈ ਜਿਹੜੀ ਉਹ ਵਿਕਸਿਤ ਹੋ ਰਹੀ ਹੈ। ਕੀ ਲੱਗਦਾ ਕਿਸਾਨਾਂ ਦਾ ਸੰਘਰਸ਼ ਜਿਸ ਤਰੀਕੇ ਨਾਲ ਚੱਲ ਰਿਹਾ ਉਹ ਸਹੀ ਦਿਸ਼ਾ ਵੱਲ ਜਾ ਰਿਹਾ? ਹਾਂ, ਦੇਖੋ ਕਿਸਾਨੀ ਦਾ ਸੰਘਰਸ਼ ਹੈ ਜਿਹੜਾ, ਮੈਨੂੰ ਲੱਗਦਾ ਕਿਸਾਨੀ ਦੇ ਸੰਘਰਸ਼ ਦਾ ਇੱਕ ਪੜਾਅ ਜਿਹੜਾ ਉਹ ਮੈਨੂੰ ਸਫਲਤਾਪੂਰਵਕ ਪੂਰਾ ਕਰ ਲਿਆ ਲੱਗਦਾ ਹੈਗਾ। ਕਿਉਂਕਿ ਅਸਲ 'ਚ 15-16 ਦਿਨ ਦੇ ਸੰਘਰਸ਼ ਤੋਂ ਬਾਅਦ ਜਿਸ ਤਰ੍ਹਾਂ ਨਾਲ ਕੇਂਦਰ ਸਰਕਾਰ ਨੇ ਇੱਕ ਗੱਲਬਾਤ ਵਾਲਾ ਸਿਸਟਮ ਸਿੱਟ ਕੇ ਚਿੱਠੀਆਂ ਬਾਰ-ਬਾਰ ਪਹਿਲਾਂ ਗੱਲਬਾਤ ਲਈ ਬੁਲਾਇਆ, ਫਿਰ ਦੂਜੀ ਗੱਲਬਾਤ ਲਈ ਬੁਲਾਇਆ, ਉਹਦੇ 'ਚੋਂ ਆਮ ਜਥੇਬੰਦੀਆਂ ਦੇ ਵਿੱਚ ਜਿਹੜੀ ਕੋਆਰਡੀਨੇਸ਼ਨ ਬਣੀ ਹੁੰਦੀ ਹੈ ਉਹਦੇ ਵਿੱਚ ਕੁਛ ਤਰੇੜਾਂ ਆਉਣ ਦੀਆਂ ਸੰਭਾਵਨਾਵਾਂ ਬਣ ਜਾਂਦੀਆਂ ਹੈਗੀਆਂ। ਕਿਉਂਕਿ ਵੱਖ-ਵੱਖ ਜਥੇਬੰਦੀਆਂ ਦੀ ਵੱਖ-ਵੱਖ ਰਾਏ ਹੁੰਦੀ ਹੈ, ਗੱਲਬਾਤ ਕਰਨੀ ਹੈ ਨਹੀਂ ਕਰਨੀ, ਕਿਹੜੇ ਇਸ਼ੂਜ਼ 'ਤੇ ਕਰਨੀ ਹੈ, ਕਿੱਥੋਂ ਤੱਕ ਕਰਨੀ ਹੈ, ਕਿਵੇਂ ਕਰਨੀ ਹੈ। ਪਰ ਅਸਲ 'ਚ ਉਹ ਸਾਰੇ ਕੁਛ 'ਚੋਂ ਮੈਂ ਕਹਿੰਦਾ ਲੀਡਰਸ਼ਿਪ ਕਾਬਲ ਸੀ ਜਿਹਨੇ ਇਹ ਸਾਰੇ ਕੁਛ ਨੂੰ ਇੱਕ ਜਥੇਬੰਦੀ ਤਾਲਮੇਲਮੇ ਸੰਘਰਸ਼ ਦੇ ਵਿੱਚ ਹੋਣ ਦੇ ਬਾਵਜੂਦ ਵੀ ਇਹ ਸਾਰੇ ਕੁਛ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹ ਲਿਆ। ਅਤੇ ਸੰਘਰਸ਼ ਹੈ ਜਿਹੜਾ ਉਹ ਚਾਹੇ ਕੁਛ ਥਾਵਾਂ 'ਤੇ ਮਤਲਬ ਸ਼ਮੂਲੀਅਤ ਪੱਖੋਂ ਅਸੀਂ
ਜਮਹੂਰੀ ਅਧਿਕਾਰ ਸਭਾ ਵੱਲੋਂ ਪਿਛਲੇ 3 ਦਿਨ ਪਟਿਆਲੇ ਦੀ ਹੱਦ ਦੇ ਵਿੱਚ ਜਿੱਥੇ ਕਿਤੇ ਵੀ ਸੰਘਰਸ਼ ਚੱਲਦਾ ਹੈਗਾ ਕਿਸਾਨਾਂ ਦਾ, ਉਹ ਸਾਰੀਆਂ ਥਾਵਾਂ 'ਤੇ ਵਿਜ਼ਿਟ ਕਰਕੇ ਆਏ ਆ। ਸਾਨੂੰ ਲੱਗਿਆ ਕਿ ਕੁਛ ਥਾਵਾਂ 'ਤੇ ਭਾਵੇਂ ਸੰਘਰਸ਼ ਦੇ ਵਿੱਚ ਸ਼ਮੂਲੀਅਤ ਪੱਖੋਂ ਥੋੜ੍ਹੀ ਗਿਣਤੀ ਘੱਟ ਲੱਗੀ, ਪਰ ਇਸ ਦੇ ਬਾਵਜੂਦ ਵੀ ਸੰਘਰਸ਼ ਦੇ ਵਿੱਚ ਜਿਸ ਕਿਸਮ ਦਾ ਜੋਸ਼, ਜਿਸ ਕਿਸਮ ਦੀ ਉੱਥੇ ਅਨੁਸ਼ਾਸਨ ਅਤੇ ਜਿਸ ਕਿਸਮ ਦਾ ਉੱਥੇ ਬੁਲਾਰਿਆਂ ਦਾ ਬੋਲਣ ਵਾਲਾ ਚੱਲਦਾ ਸੀ, ਅਤੇ ਉਸ ਤੋਂ ਲੱਗਦਾ ਹੈਗਾ ਕਿ ਸੰਘਰਸ਼ ਹੈ ਜਿਹੜਾ ਇਹ ਕਾਫੀ ਅੱਗੇ ਤੱਕ ਚੱਲੂਗਾ ਅਤੇ ਸੰਘਰਸ਼ ਹੈ ਜਿਹੜਾ ਕਾਮਯਾਬ ਹੋਊਗਾ। ਲੱਗਦਾ ਨਹੀਂ ਕਿ ਸੰਘਰਸ਼ ਕਿਤੇ ਨਾ ਕਿਤੇ ਕਮਜ਼ੋਰ ਹੁੰਦਾ ਜਦੋਂ ਪਲੇਟਫਾਰਮ ਇੱਕ ਹੋਵੇ ਅਤੇ ਨਿਸ਼ਾਨਾ ਇੱਕ ਹੋਵੇ ਅਤੇ ਅਲੱਗ-ਅਲੱਗ ਸਟੇਜਾਂ ਸੱਜ ਜਾਂਦੀਆਂ, ਕੋਈ ਕਿਤੇ ਆਪਣੀ ਸਟੇਜ, ਕੋਈ ਆਪਣੀ ਡਫਲੀ ਕਿਤੇ ਵਜਾ ਰਿਹਾ, ਕੋਈ ਕਿਤੇ ਵਜਾ ਰਿਹਾ। ਲੱਗਦਾ ਹੁੰਦਾ ਥੋੜ੍ਹਾ ਬਹੁਤ, ਪਰ ਮੈਨੂੰ ਲੱਗਦਾ ਲੀਡਰਸ਼ਿਪ ਕਾਫੀ ਮੈਚਿਓਰ ਹੈ, ਕਿਉਂਕਿ ਪਿਛਲੇ ਸਮਿਆਂ 'ਚ ਇਹਨਾਂ ਨੇ ਵੱਖ-ਵੱਖ ਸਟਰਗਲਾਂ ਕਰਕੇ ਵੀ ਦੇਖ ਲਿਆ ਕਿ ਅਸਲ 'ਚ ਇਹ ਜੁਆਇੰਟ ਸਟਰਗਲ ਹੈ, ਜਿਹੜੀ ਜੁਆਇੰਟ ਸਟਰਗਲ 'ਚੋਂ ਇਹ ਹੁਣ ਪੂਰੇ ਪੰਜਾਬ ਦੀ ਸਟਰਗਲ ਬਣੀ ਹੋਈ ਹੈ। ਅਤੇ ਹੁਣ ਕੋਈ ਵੀ ਜਥੇਬੰਦੀ ਜੇ ਇਸ ਤੋਂ ਪਾਸੇ ਰਹੂਗੀ ਤਾਂ ਉਹ ਜਨਤਾ ਦੇ ਵਿੱਚ ਨਿਖੜਨ ਵਾਲੀ ਸਥਿਤੀ ਦੇ ਵਿੱਚ ਪਹੁੰਚਣ ਦੀ ਸੰਭਾਵਨਾ ਬਣ ਜਾਂਦੀ ਹੈਗੀ। ਇਸ ਕਰਕੇ ਸਾਰੀਆਂ ਜਥੇਬੰਦੀਆਂ ਬਹੁਤ ਗੰਭੀਰਤਾ ਨਾਲ ਇਸ ਮਸਲੇ ਨੂੰ ਟੇਕਅਪ ਕਰ ਰਹੀਆਂ ਹੈਗੀਆਂ। ਕੇਵਲ ਇਸ ਕਰਕੇ ਨਹੀਂ ਹੈ ਕਿ ਉਹ ਕਿਸਾਨੀ ਨਾਲ ਸੰਬੰਧਿਤ ਮਸਲਾ ਹੈਗਾ, ਮੈਨੂੰ ਲੱਗਦਾ ਇਹ ਇੱਕ ਪੰਜਾਬ ਦੀ ਇੱਕ ਪੂਰੀ ਤਰ੍ਹਾਂ ਨਾਲ ਪੰਜਾਬ ਦੇ ਵਿੱਚ ਅੱਗੇ ਨੂੰ ਸਥਿਤੀ ਕਿਸ ਪਾਸੇ ਵੱਲ ਨੂੰ ਵਿਕਸਿਤ ਹੋਣੀ ਹੈ। ਅੱਜ ਦੀ ਕਿਸਾਨ ਮੂਵਮੈਂਟ, ਇਸ ਕਿਸਾਨ ਲਹਿਰ ਹੈ ਜਿਹੜੀ, ਇਹ ਇਸ ਦਾ ਵੀ ਇੱਕ ਤਰਜਮਾਨੀ ਕਰਦੀ ਨਜ਼ਰ ਆਉਂਦੀ ਹੈ। ਪੁਰਾਣੇ ਸਮੇਂ ਦੇ ਵਿੱਚ ਜਦੋਂ ਲਹਿਰਾਂ ਚੱਲਦੀਆਂ ਸੀ, ਲਗਾਤਾਰ ਕਦੇ ਧਰਮ ਯੁੱਧ ਮੋਰਚਾ ਹੋ ਗਿਆ ਜਾਂ ਪੰਜਾਬ ਦੇ ਹਿੱਤਾਂ ਨੂੰ ਲੈ ਕੇ ਲਗਾਤਾਰ ਮੋਰਚੇ ਲੱਗਦੇ ਰਹੇ ਨੇ, ਉਹਨਾਂ ਨੂੰ ਅਤੇ ਕਿਸਾਨ ਮੋਰਚੇ ਨੂੰ ਕਿਸ ਤਰ੍ਹਾਂ ਦੇਖਦੇ ਹੋ? ਹਾਂ, ਅੱਜ ਜਿਹੜਾ ਕਿਸਾਨ ਮੋਰਚਾ ਚੱਲ ਰਿਹਾ ਹੈਗਾ, ਇਹ ਇੱਕ ਤਰ੍ਹਾਂ ਨਾਲ ਜਮਹੂਰੀਅਤ ਮੰਗਾਂ, ਪੰਜਾਬੀਅਤ ਦੀਆਂ ਮੰਗਾਂ ਨੂੰ ਲੈ ਕੇ ਚੱਲ ਰਿਹਾ ਹੈਗਾ। ਇਹਦੇ ਵਿੱਚ ਵੀ ਕੁਝ ਅਨਸਰ ਹੈ ਜਿਹੜੇ ਉਸ ਕਿਸਮ ਦੇ, ਕਦੇ ਕੋਈ ਝੰਡਾ ਲਾਤਾ, ਕਦੇ ਕੋਈ ਗਰਮ ਨਾਅਰਾ ਦੇਤਾ, ਉਸ ਕਿਸਮ ਦੀਆਂ ਗੱਲਾਂ ਉਸ ਨੂੰ ਡੀਰੇਲ ਕਰਨ ਵਾਸਤੇ, ਇਸ ਧਰਨੇ ਦੀ ਜਿਹੜੀ ਮੂਲ ਸਪਿਰਿਟ ਹੈ ਉਸ ਨੂੰ ਪਾਸੇ ਧੱਕਣ ਵਾਸਤੇ ਉਹੋ ਜਿਹੀਆਂ ਕੋਸ਼ਿਸ਼ਾਂ ਹੋ ਰਹੀਆਂ ਹੈਗੀਆਂ। ਪਰ ਮੈਨੂੰ ਲੱਗਦਾ ਕਿਸਾਨਾਂ ਦੀ ਲੀਡਰਸ਼ਿਪ ਹੈ ਜਿਹੜੀ ਬੜੀ ਮੈਚਿਓਰ ਹੈ, ਅਤੇ ਉਹ ਇਹ ਸਾਰੀਆਂ ਗੱਲਾਂ ਨੂੰ ਧਿਆਨ 'ਚ ਰੱਖਦੇ ਹੋਏ, ਇਹ ਸਾਰਾ ਕੁਛ ਹੈ ਜਿਹੜਾ ਦੇਖਦੇ ਹੋਏ, ਉਹ ਉਸ ਇੱਕ ਜਾਬਤੇ ਦੇ ਵਿੱਚ ਰੱਖਦੇ ਹੋਏ ਜਿਹੜੀਆਂ ਇੱਕ ਪੰਜਾਬੀਅਤ ਦੀਆਂ ਮੰਗਾਂ ਬਣਦੀਆਂ ਗਈਆਂ, ਪੂਰੇ ਪੰਜਾਬ ਦੇ ਲੋਕਾਂ ਦੀਆਂ ਮੰਗਾਂ ਬਣਦੀਆਂ ਗਈਆਂ, ਲੋਕਾਈ ਦੀਆਂ ਮੰਗਾਂ ਬਣਦੀਆਂ ਗਈਆਂ, ਉਹਨਾਂ ਮੰਗਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸੰਘਰਸ਼ ਹੈ ਜਿਹੜਾ ਉਸ ਨੂੰ ਅੱਗੇ ਵਧਾ ਰਹੀ ਹੈ। ਲੱਗਦਾ ਤਰਸੇਮ ਲਾਲ ਜੀ ਕਿ ਕੁਝ ਲੋਕ ਜਿਹੜੇ ਨੇ ਇਸ ਕਿਸਾਨੀ ਸੰਘਰਸ਼ ਵਿੱਚੋਂ ਸਿਆਸਤ ਚਮਕਾਉਣ ਦੀ ਕੋਸ਼ਿਸ਼ ਕਰ ਰਹੇ ਨੇ ਜਾਂ ਸਿਆਸਤ ਦੇ ਵਿੱਚ ਕੁੱਦਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਅਸੀਂ ਜਿਹੜਾ ਉਹ ਆਪਣਾ ਇੱਕ ਸਿਆਸੀ ਏਜੰਡਾ ਪੂਰਾ ਕਰੀਏ, ਉਹਨਾਂ ਦੀ ਮਨਸ਼ਾ ਜਿਹੜੀ ਹੈ ਉਹ ਕੁਝ ਹੋਰ ਹੈ, ਵਰਤਿਆ ਉਹਨਾਂ ਵੱਲੋਂ ਕਿਸਾਨਾਂ ਦੀ ਸਟੇਜਾਂ ਨੂੰ ਜਾ ਰਿਹਾ। ਦੇਖੋ, ਸਿਆਸਤ ਤਾਂ ਮੈਨੂੰ ਲੱਗਦਾ ਕੋਈ ਮਾੜੀ ਗੱਲ ਨਹੀਂ ਹੈ। ਸਿਆਸਤ ਤਾਂ ਹਰ ਜਿਹੜੀ ਜਥੇਬੰਦੀ ਕੋਈ ਸੰਘਰਸ਼ ਕਰਦੀ ਹੈ ਉਹਦੀ ਕੋਈ ਨਾ ਕੋਈ ਸਿਆਸਤ ਹੁੰਦੀ ਹੈ। ਕਿਸਾਨਾਂ ਦੀਆਂ ਵੀ ਜਿਹੜੀਆਂ ਵੱਖ-ਵੱਖ ਆਰਗੇਨਾਈਜੇਸ਼ਨਾਂ ਉਹ ਸਿਆਸਤ ਕਰਦੀਆਂ ਗਈਆਂ, ਪਰ ਜਦੋਂ ਅਸੀਂ ਪਾਰਲੀਮੈਂਟਰੀ ਸਿਆਸਤ ਦੀ ਗੱਲ ਕਰਦੇ ਹਾਂ ਉਹ ਇੱਕ ਵੱਖਰੀ ਗੱਲ ਹੈ। ਪਾਰਲੀਮੈਂਟਰੀ ਸਿਆਸਤ ਵੀ ਕਿਸਾਨ ਜਥੇਬੰਦੀਆਂ ਕਰ ਸਕਦੀਆਂ, ਮੈਨੂੰ ਉਸ 'ਤੇ ਵੀ ਕੋਈ ਇਤਰਾਜ਼ ਨਹੀਂ ਲੱਗਦਾ ਹੈਗਾ। ਨਹੀਂ, ਕਲਾਕਾਰਾਂ ਦੀ ਜੇ ਗੱਲ ਕਰੀਏ, ਕਈ ਕਲਾਕਾਰ ਇਹੋ ਜਿਹੇ ਨੇ ਜਿਹੜੇ ਜਾ ਕੇ ਸਟੇਜਾਂ, ਆਪਣੀਆਂ ਵੱਖਰੀਆਂ ਸਟੇਜਾਂ ਬਣਾ ਕੇ ਵੱਖਰੀ ਬਿਆਨਬਾਜ਼ੀ ਕਰਦੇ ਨੇ, ਉੱਥੇ ਕਿਤੇ ਨਾ ਕਿਤੇ ਸਵਾਲ ਇਹ ਉੱਠਦਾ ਕਿ ਇਹਨਾਂ ਦਾ ਜਿਹੜਾ ਇੱਕ ਲੀਡਰ ਬਣਨ ਦੀ ਜਿਹੜੀ ਇੱਛਾ ਹੈ ਮਨ ਦੇ ਅੰਦਰ, ਉਹ ਕਿਤੇ ਨਾ ਕਿਤੇ ਨਜ਼ਰ ਆਉਂਦੀ ਹੈ ਉੱਥੋਂ। ਹਾਂ, ਪੰਜਾਬ ਦੇ ਕਲਾਕਾਰਾਂ ਦਾ ਕੋਈ ਹੁਣ ਤੱਕ ਦਾ ਸਟੇਬਲ ਇਤਿਹਾਸ ਨਹੀਂ ਰਿਹਾ ਹੈਗਾ। ਕਿਸੇ ਵੀ ਕਲਾਕਾਰ ਨੂੰ, ਪੰਜਾਬ ਦੇ ਕਲਾਕਾਰ ਨੂੰ ਇਸ ਰੂਪ ਦੇ ਵਿੱਚ ਅਸੀਂ ਉਂਗਲ ਕਰਕੇ ਨਹੀਂ ਕਹਿ ਸਕਦੇ ਕਿ ਉਹ ਲੋਕਾਂ ਦੇ ਪੱਖ ਦੇ ਵਿੱਚ ਜਾਂ ਕਿਸਾਨੀ ਦੇ ਪੱਖ ਦੇ ਵਿੱਚ ਜਾਂ ਲੋਕ ਹਿੱਤਾਂ ਲਈ ਹੀ ਗਾਉਂਦਾ ਰਿਹਾ ਹੈਗਾ। ਬਹੁਤ ਘੱਟ ਕਲਾਕਾਰ ਹੋਏ ਜੇ ਹੋਣਗੇ। ਗੁਰਸ਼ਰਨ ਸਿੰਘ ਕਹਿ ਸਕਦੇ ਹੈਗੇ ਅਸੀਂ, ਸੈਮੂਅਲ ਹੈ ਲਹਿਰੇ ਵਾਲਾ, ਉਹਨੂੰ ਕਹਿ ਸਕਦੇ ਹੈਗੇ। ਕੁਛ ਇਹੀ ਇਹਨਾਂ ਲਹਿਰਾਂ ਨਾਲ ਜੁੜੇ ਹੋਏ ਜਿਹੜੇ ਕਲਾਕਾਰ ਹੈ, ਉਹ ਕਲਾਕਾਰ ਹੀ ਕੇਵਲ ਲੋਕ ਪੱਖੀ ਭੂਮਿਕਾ ਨਿਭਾਉਂਦੇ ਆ ਰਹੇ ਹੈ। ਜਿਹੜੇ ਕਮਰਸ਼ੀਅਲ ਕਿਸਮ ਦੇ, ਚਾਹੇ ਆਪਾਂ ਨਾਂ ਨਾ ਲਈਏ, ਕਿਸੇ ਵੀ ਕਿਸਮ ਦੇ ਗਾਇਕ ਹੈ ਜਿਹੜੇ ਆਹ ਮੋਰਚੇ ਮਾਰਚਿਆਂ ਦੇ ਵਿੱਚ ਸ਼ਾਮਲ ਹੋ ਕੇ ਆਪਦੇ ਗੀਤਾਂ ਦੀ ਗੱਲ ਕਰ ਰਹੇ ਹੈ, ਉਹ ਕਿਸੇ ਵੀ ਵੇਲੇ ਮਾਰਕੇਬਾਜ਼ੀ ਵਾਲੀ ਗੱਲ ਵੀ ਕਰ ਸਕਦੇ ਹੈ। ਉਹ ਕਿਸੇ ਵੀ ਵੇਲੇ ਆਪਣੀ ਅਸ਼ਲੀਲਤਾ ਦੀਆਂ ਹੱਦਾਂ ਪਾਰ ਕਰਦੇ ਵੀ ਦੇਖੇ ਆ ਅਸੀਂ, ਅਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਕਰ ਸਕਦੇ ਹੈਗੇ। ਉਹ ਕਿਸਾਨੀ ਦਾ ਕੋਈ ਬਹੁਤ ਵੱਡੀ ਅਗਵਾਈ ਕਰਨ ਦੀ ਗੱਲ ਤਾਂ ਦੂਰ ਰਹੀ, ਵੀ ਕਿਸਾਨੀ ਦੀ ਮੂਵਮੈਂਟ ਨੂੰ ਜਾਂ ਕਿਸਾਨੀ ਦੀ ਲਹਿਰ ਨੂੰ ਕੋਈ ਬਹੁਤ ਵੱਡਾ ਹੁਲਾਰਾ ਦੇਣਗੇ, ਮੈਨੂੰ ਨਹੀਂ ਲੱਗਦਾ ਹੈ। ਕੀ ਲੱਗਦਾ ਸੰਘਰਸ਼ ਕਿੰਨਾ ਕੁ ਹੋਰ ਲੰਮਾ ਚੱਲ ਸਕਦਾ, ਕਿਉਂਕਿ ਹੁਣ ਤੱਕ ਜਿਹੜਾ ਕੋਈ ਕੇਂਦਰ ਨੇ ਬਾਂਹ ਨਹੀਂ ਫੜਾਈ? ਦੇਖੋ, ਸੰਘਰਸ਼ ਤਾਂ ਮੈਨੂੰ ਲੱਗਦਾ ਹੈ ਕਿ ਇਹ ਲੰਬਾ ਚੱਲੂਗਾ।
ਕਿਉਂਕਿ ਅਸਲ 'ਚ ਇਹ ਸੰਘਰਸ਼ ਕਿਸਾਨੀ ਦੇ ਨਾਲ ਆਮ ਲਕਾਈ ਹੈ ਜਿਹੜੀ ਇਸ ਸੰਘਰਸ਼ ਦੇ ਨਾਲ ਵੀ ਜੁੜੂਗੀ। ਅਤੇ ਮੈਨੂੰ ਲੱਗਦਾ ਹੈ ਕਿ ਅਸਲ 'ਚ ਕੇਂਦਰ ਨੇ ਜਿਸ ਹੱਦ ਤੱਕ ਮੰਗਾਂ ਜਿਹੜੀਆਂ ਟੋਟਲ ਇਕਨੋਮਿਕ ਅਤੇ ਪੋਲੀਟੀਕਲ ਸਾਰਾ ਕੁਛ ਆਪਦੇ ਹੱਥਾਂ 'ਚ ਕੇਂਦਰਿਤ ਕਰ ਲਿਆ, ਉਹਦੇ 'ਚੋਂ ਇੱਕ ਇਹ ਕਿ ਰਾਜਾਂ ਕੋਲ ਅਧਿਕਾਰ ਕੀ ਰਹਿ ਜਾਂਦਾ ਹੈਗਾ ਆਪਦੇ ਲੋਕਾਂ ਨੂੰ ਦੇਣ ਵਾਸਤੇ। ਇਹ ਇਸ ਡਿਮਾਂਡ ਨੂੰ ਵੀ ਨਾਲ ਲੈ ਕੇ ਇਹ ਜਿਹੜਾ ਸੰਘਰਸ਼ ਹੈ ਇਸ ਨੂੰ ਵੀ ਨਾਲ ਸਮੋ ਕੇ ਕਿਸੇ ਨੇ ਚੱਲਣਾ ਪਊਗਾ। ਤਾਂ ਇਹ ਸੰਘਰਸ਼ ਹੈ ਜਿਹੜਾ ਕੋਈ ਐਂ ਨਹੀਂ ਹੈ ਕਿ ਕਿਸਾਨੀ ਦੀਆਂ ਮੰਗਾਂ ਅਤੇ ਆਰਡੀਨੈਂਸ 19 ਤਰੀਕ ਨੂੰ ਪੰਜਾਬ ਸਰਕਾਰ ਪਾਸ ਕਰ ਦਿੰਦੀ ਹੈ, ਉਹਦੇ ਤਾਂ ਇਕੱਲੇ ਨਾਲ ਹੀ ਕਿਸਾਨੀ ਨੂੰ ਬਹੁਤ ਵੱਡੀ ਰਾਹਤ ਮਿਲ ਜੂਗੀ। ਆਉਣ ਵਾਲੇ ਸਮੇਂ ਦੇ ਵਿੱਚ ਵੀ ਕਿਸਾਨੀ ਹੈ ਜਿਹੜੀ ਉਹ ਬਹੁਤ ਵੱਡੇ ਇੱਕ ਸੰਕਟ ਦੇ ਵਿੱਚੋਂ ਗੁਜ਼ਰ ਰਹੀ ਹੈ। ਉਹਨਾਂ ਦੀਆਂ ਲਾਗਤ ਦੀਆਂ ਜਿਹੜੀ ਖਰਚੇ ਹੈ ਉਹ ਇੰਨੇ ਵਧੇ ਹੋਏ ਹੈਗੇ ਕਿ ਉਹਨਾਂ ਦੀ ਉਪਜ ਚਾਹੇ ਕਿੰਨੀ ਵੀ ਵੱਧ ਜੇ, ਉਹ ਉਪਜ ਵਧਣ ਦੇ ਬਾਵਜੂਦ ਵੀ ਉਹਨਾਂ ਨੂੰ ਘਾਟਾ ਹੀ ਪੈਂਦਾ ਹੈਗਾ। ਉਹ ਕਿਸਾਨੀ ਦਾ ਜਿਹੜਾ ਸੰਕਟ ਹੈ ਉਹ ਇਸ ਗੱਲ ਵਿੱਚ ਪਿਆ ਹੈਗਾ ਕਿ ਅਸਲ 'ਚ ਉਹਨਾਂ ਦੀਆਂ ਜਿਨਸਾਂ ਦੇ ਭਾਅ ਜਿਹੜੇ ਤੁਸੀਂ ਆਏ ਸਾਲ 20 ਰੁਪਏ 50 ਰੁਪਏ ਵਧਾ ਕੇ ਇੱਕ ਤਰ੍ਹਾਂ ਨਾਲ ਉਹਨਾਂ ਨੂੰ ਰਾਹਤ ਦੇਣ ਦੀ ਗੱਲ ਕਰ ਦਿਓਗੇ, ਉਹਦੇ ਨਾਲ ਇਹ ਰਾਹਤ ਮਿਲਣ ਵਾਲੀ ਨਹੀਂ ਹੈਗੀ। ਅਸਲ 'ਚ ਲਾਗਤ ਦੇ ਖਰਚੇ ਘਟਾਉਣ ਦੀ ਗੱਲ ਹੈਗੀ, ਉਹਨਾਂ ਨੂੰ ਹੋਰ ਵੱਧ ਸਬਸਿਡੀਆਂ ਦੇਣ ਦੀ ਗੱਲ ਹੈ, ਤਾਂ ਹੀ ਕਿਸਾਨੀ ਹੈ ਜਿਹੜੀ ਇਸ ਸੰਕਟ 'ਚੋਂ ਨਿਕਲੂਗੀ। ਅਤੇ ਇਸ ਸੰਕਟ 'ਚੋਂ ਕੱਢਣ ਵਾਸਤੇ ਕੇਵਲ ਮੈਨੂੰ ਲੱਗਦਾ ਰਾਜ ਸਰਕਾਰਾਂ ਕੋਲ ਤਾਂ ਕੁਛ ਰਹਿ ਹੀ ਨਹੀਂ ਗਿਆ, ਸਾਰਾ ਕੁਛ ਕੇਂਦਰ ਨੇ ਆਪਦੇ ਹੱਥਾਂ 'ਚ ਕੇਂਦਰਿਤ ਕਰ ਲਿਆ। ਇਸ ਲਈ ਇਹ ਲੜਾਈ ਨੂੰ ਇੱਕ ਤਰ੍ਹਾਂ ਨਾਲ ਰਾਜਾਂ ਦੇ ਵੱਧ ਅਧਿਕਾਰਾਂ ਵਾਲੀ ਗੱਲ, ਰਾਜਾਂ ਦੇ ਫੈਡਰਲ ਜਿਹੜਾ ਸਿਸਟਮ ਹੈ ਉਸ ਨੂੰ ਵੱਧ ਮਜ਼ਬੂਤ ਬਣਾਉਣ ਵਾਲੇ ਪਾਸੇ ਨੂੰ ਵੀ ਸਾਨੂੰ ਲੈ ਕੇ ਇਹ ਲੜਾਈ ਹੈ ਜਿਹੜੀ ਉਸ ਪਾਸੇ ਵੱਲ ਨੂੰ ਵੀ ਵਧਾਉਣ ਦੀ ਲੋੜ ਪਊਗੀ। ਜੀ ਸ਼ੁਕਰੀਆ ਤਰਸੇਮ ਲਾਲ ਜੀ, ਧੰਨਵਾਦ। ਸੋ ਸਾਡੇ ਨਾਲ ਮੌਜੂਦ ਸਨ ਜਮਹੂਰੀ ਅਧਿਕਾਰ ਸਭਾ ਦੇ ਸੂਬਾਈ ਵਿੱਤ ਸਕੱਤਰ ਤਰਸੇਮ ਲਾਲ, ਜਿਨ੍ਹਾਂ ਨੇ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਸਾਡੇ ਡੈਮੋਕ੍ਰੈਟਿਕ ਰਾਈਟਸ ਨੇ, ਕਿੱਦਾਂ ਅਸੀਂ ਆਪਣੇ ਅਧਿਕਾਰਾਂ ਦੀ ਮੰਗ ਕਰ ਸਕਦੇ ਹਾਂ, ਕਿਸ ਤਰੀਕੇ ਨਾਲ ਆਵਾਜ਼ ਉਠਾ ਸਕਦੇ ਹਾਂ। ਇਹ ਮਸਲਾ ਜਿਹੜਾ ਖੇਤੀ ਕਾਨੂੰਨ ਦਾ, ਕਿਸਾਨਾਂ ਦਾ ਮਸਲਾ ਇਕੱਲਾ ਨਹੀਂ ਹੈ, ਇਹ ਆਮ ਲੋਕਾਂ ਦੇ ਨਾਲ ਵੀ ਜੁੜਿਆ ਤੇ ਆਮ ਲੋਕਾਂ ਨੂੰ ਵੀ ਇਸ ਸੰਘਰਸ਼ ਦਾ ਹਿੱਸਾ ਬਣ ਕੇ ਜਿਹੜਾ ਉਹ ਸਰਕਾਰ ਤੱਕ ਆਵਾਜ਼ ਪਹੁੰਚਾਉਣੀ ਚਾਹੀਦੀ। ਤੁਹਾਨੂੰ ਵਿਚਾਰ ਕਿਸ ਤਰ੍ਹਾਂ ਦੇ ਲੱਗੇ ਕਮੈਂਟ ਕਰਕੇ ਜ਼ਰੂਰ ਦੱਸਿਓ। ਲੋਕ ਰੰਗ ਚੈਨਲ ਪੰਜਾਬੀ ਨੂੰ ਸਬਸਕ੍ਰਾਈਬ ਕਰੋ। ਧੰਨਵਾਦ।